ਬਿਲਾਵਲ ਮਹਿਲਾ ਪੰਜਵਾ। ਦੋਵੇਂ ਥਾਵ ਰਖੇ ਗੁਰਸੂਰੀ, ਹਾਲਤ ਪਲਤ ਪਾਰ ਬ੍ਰਹਮ ਸਵਾਰੀ। ਕਾਰਜ ਹੋਈ ਸਗਲੇ ਪੁਰੀ, ਦੋਵੇਂ ਥਾਮ ਰਖੀ ਗੁਰਸੂਰੀ। ਹਲਤ ਪਲਤ ਪਾਰ ਬ੍ਰਹਮ ਸਵਾਰੀ, ਕਾਰਜ ਹੋਈ ਸਗਲੀ ਪੁਰੀ। ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੀ, ਮਜਨ ਹੋਵਤ ਸਾਧੂ ਧੂਰੀ। ਆਵਨ ਜਾਣ ਰਹੀ ਥਿਤ ਪਾਈ, ਜਨਮ ਮਰਨ ਕੀ ਮਿਟੀ ਬਿਸੂਰੀ। ਭ੍ਰਮ ਪਹਿ ਤਰੀ ਛੂਟੀ ਪਹਿ ਜਮ ਕੀ, ਘਟ ਘਟ ਏਕ ਰਿਹਾ ਭਰਪੂਰੀ। ਨਾਨਕ ਸ਼ਰਨ ਪਰਿਹੁ ਦੁਖ ਭੰਜਨ, ਅੰਤਰ ਬਾਹਰ ਪੇਖ ਹਜੂਰੀ। ਨਾਨਕ ਸ਼ਰਨ ਪਰਿਹੁ ਦੁਖ ਭੰਜਨ, ਅੰਤਰ ਬਾਹਰ ਪੇਖ ਹਜੂਰੀ। ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਪਿਆਰ ਵਾਲਿਓ ਜੀਵਨ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਬੜੇ ਹੀ ਪਿਆਰ ਦੇ ਨਾਲ ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੇ ਮੁਖਾਰ ਬਿਨ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਅੰਮ੍ਰਿਤ ਵੇਲੇ ਤੋਂ ਇਸ ਪਾਵਨ ਸਥਾਨ ਉੱਪਰ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ, ਬਿਲਾਵਲ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 825 ਅਤੇ 26 ਉੱਪਰ ਸੁਭਾਈਮਾਨ ਹੈ। ਸੋ ਪਿਆਰ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਅੱਜ ਇਸ ਸ਼ਬਦ ਦੇ ਅੰਦਰ ਸਮਝੌਣਾ ਕਰਦੇ ਕਿ ਉਹ ਪਰਮਾਤਮਾ, ਉਹ ਅਕਾਲ ਪੁਰਖ ਇਸ ਹਲਤ ਦੇ ਅੰਦਰ ਵੀ ਤੇ ਪਲਤ ਦੇ ਅੰਦਰ ਵੀ ਦੋਵੇਂ ਹੀ ਥਾਵਾਂ ਤੇ ਸੁਹੇਲਾ ਹੈ। ਜਿਹੜਾ ਮਨੁੱਖ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ, ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ,
ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਫਿਰ ਉਸ ਮਨੁੱਖ ਦਾ ਇਹ ਹਾਲਤ ਕੀ ਉਹ ਪਲਤ ਵੀ ਸੁਹੇਲਾ ਹੋ ਜਾਂਦਾ ਹੈ। ਉਹ ਇਸ ਦੁਨੀਆ ਦੇ ਅੰਦਰ ਤੇ ਸ਼ੋਭਾ ਜ਼ਰੂਰ ਖੱਟਦਾ ਹੈ, ਇਸ ਦੁਨੀਆ ਦੇ ਅੰਦਰ ਸ਼ੋਭਾ ਜ਼ਰੂਰ ਪ੍ਰਾਪਤ ਕਰਦਾ ਹੈ, ਮਾਣ ਵੀ ਪ੍ਰਾਪਤ ਕਰਦਾ ਹੈ, ਪਰ ਇਹਦੇ ਨਾਲ ਨਾਲ ਉਹ ਪਰਮਾਤਮਾ ਦੇ ਦਰ ਤੇ ਵੀ ਜਾ ਕੇ ਕਬੂਲ ਹੋ ਜਾਂਦਾ ਹੈ। ਕਿਉਂ? ਇਸੇ ਕਰਕੇ ਅਸੀਂ ਆਖਦੇ ਹਾਂ ਨਾ, ਦੋ ਜਹਾਨਾਂ ਦੇ ਵਾਲੀ, ਭਾਵ ਲੋਕ ਦਾ ਵੀ ਤੇ ਪਰਲੋਕ ਦਾ। ਉਹ ਇੱਥੇ ਵੀ ਆਪਣੇ ਸੇਵਕ ਦੀ ਸਹਾਇਤਾ ਕਰਦਾ ਹੈ, ਇੱਥੇ ਵੀ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ, ਤੇ ਇੱਥੋਂ ਤੱਕ ਕਿ ਪਰਲੋਕ ਦੇ ਵਿੱਚ ਵੀ, ਰੱਬ ਦੀ ਦਰਗਾਹ ਦੇ ਵਿੱਚ ਵੀ ਉਹ ਸਹਾਇਤਾ ਕਰਦਾ ਹੈ, ਆਪਣੇ ਸੇਵਕ ਦੀ ਪਾਲਣਾ ਕਰਦਾ ਹੈ। ਤੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਹੀ ਭਾਈ, ਜਿਹੜਾ ਮਨੁੱਖ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਪਰਮਾਤਮਾ ਦਾ ਆਰਾਧਨ ਕਰਦਾ ਹੈ, ਉਹ ਜਿੱਥੇ ਇਸ ਆਪਣੇ ਹਲਤ ਤੇ ਪਲਤ ਨੂੰ, ਲੋਕ ਤੇ ਪਰਲੋਕ ਨੂੰ ਸੁਹੇਲਾ ਕਰ ਲੈਂਦਾ ਹੈ, ਤੇ ਉਹਦੇ ਨਾਲ ਨਾਲ ਉਹਦੇ ਜਿਹੜੇ ਕਾਰਜ ਨੇ, ਕਾਰਜ ਵੀ ਪੂਰੇ ਹੁੰਦੇ ਨੇ। ਦੋਵੇਂ ਥਾਮ ਰੱਖੇ ਗੁਰ ਸੂਰੇ। ਸੂਰੇ ਦਾ ਅਰਥ ਸੂਰਮਾ, ਗੁਰ ਗੁਰੂ। ਵੀ ਇਸ ਸੂਰਮੇ ਗੁਰੂ ਨੇ ਵੀ ਦੋਵੇਂ ਥਾਮ ਭਾਵ ਇਹ ਲੋਕ ਵੀ ਤੇ ਪਰਲੋਕ ਵੀ, ਵੀ ਇਸ ਸੁਰਮੇ ਗੁਰੂ ਨੇ ਦੋਵੇਂ ਥਾਵਾਂ ਦੇ ਉੱਤੇ ਆਪਣੇ ਸੇਵਕ ਦੀ ਰੱਖਿਆ ਕੀਤੀ, ਬਚਾ ਕੀਤਾ। ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਜਿੱਥੇ ਮਨੁੱਖ ਦਾ ਹਲਤ ਪਲਤ ਸਵਾਰਿਆ ਗਿਆ, ਸੰਭਲ ਗਿਆ, ਸਫਲਾ ਹੋ ਗਿਆ, ਵੀ ਉਹਦੇ ਨਾਲ ਨਾਲ ਕਾਰਜ ਹੋਏ ਸਗਲੇ ਪੂਰੇ। ਤੇ ਉਹਦੇ ਨਾਲ ਨਾਲ ਜਿਹੜੇ ਕਾਰਜ ਸਨ, ਵੀ ਕਾਰਜ ਵੀ ਪੂਰੇ ਹੋਏ, ਕੰਮ ਵੀ ਪੂਰੇ ਹੋ ਗਏ। ਵੈਸੇ ਤੇ ਪਿਆਰ ਵਾਲਿਓ, ਇਸ ਸੰਸਾਰਿਕ ਜਿਹੜੇ ਕਾਰਜ ਨੇ ਨਾ, ਇਹ ਦੁਨਿਆਵੀ ਕਾਰਜ ਨੇ, ਇਹਨਾਂ ਦਾ ਕਾਰਜਾਂ ਦਾ ਕੋਈ ਅੰਤ ਨਹੀਂ ਵੀ ਇਹ ਕਿੰਨੇ ਨੇ। ਕਿਉਂਕਿ ਜਿਸ ਅਕਾਲ ਪੁਰਖ ਦੀ ਰਚੀ ਹੋਈ ਇਹ ਕਾਇਨਾਤ, ਇਹ ਸ੍ਰਿਸ਼ਟੀ ਹੈ, ਵੀ ਇਸ ਸ੍ਰਿਸ਼ਟੀ ਦੇ ਅੰਦਰ ਜੀਵ ਜੰਤੂਆਂ ਦਾ ਜਿਵੇਂ ਕੋਈ ਅੰਤ ਨਹੀਂ ਨਾ ਪਾਇਆ ਜਾ ਸਕਦਾ, ਵੀ ਉਸ ਪਰਮਾਤਮਾ ਦੇ ਰਚੇ ਹੋਏ ਇਹ ਜੀਵ ਜੰਤੂਆਂ ਦੀ ਗਿਣਤੀ ਕਿੰਨੀ ਹੈ, ਥਾਂ ਨਹੀਂ ਪਾਈ ਜਾ ਸਕਦੀ, ਦੱਸਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਇਸੇ ਪ੍ਰਕਾਰ ਵੀ ਇਸ ਦੁਨੀਆ ਦੇ ਜਿਹੜੇ ਕਾਰਜ ਨੇ, ਇਹ ਕਾਰਜ ਵੀ ਗਿਣਾਏ ਨਹੀਂ ਜਾ ਸਕਦੇ, ਦੱਸੇ ਨਹੀਂ ਜਾ ਸਕਦੇ। ਪਰ ਜਿਵੇਂ ਜਿਵੇਂ ਮਨੁੱਖ ਦੇ ਮਨ ਦੀਆਂ ਜਿਹੜੀਆਂ ਇੱਛਾਵਾਂ ਨੇ ਉਹ ਵੱਧਦੀਆਂ ਜਾਂਦੀਆਂ, ਤਿਵੇਂ ਤਿਵੇਂ ਇਸ ਦੁਨੀਆ ਦੇ ਜਿਹੜੇ ਕਾਰਜ ਨੇ, ਕਾਰਜ ਵੀ ਵੱਧਦੇ ਜਾਂਦੇ ਨੇ। ਮਨੁੱਖ ਦੀਆਂ ਲੋੜਾਂ ਵੱਧਦੀਆਂ ਨੇ, ਮਨੁੱਖ ਕਾਰਜ ਜ਼ਿਆਦਾ ਕਰਦਾ ਹੈ। ਮਨੁੱਖ ਦੀਆਂ ਇੱਛਾਵਾਂ ਵੱਧਦੀਆਂ ਨੇ, ਮਨੁੱਖ ਕੰਮ ਜ਼ਿਆਦਾ ਕਰਦਾ ਹੈ। ਤੇ ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਤੇ ਪਿਆਰ ਵਾਲਿਓ, ਵੀ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਵੀ ਮਨੁੱਖ ਦੀਆਂ ਪੰਜ ਜਿਹੜੀਆਂ ਮੰਗਾਂ ਉਹ ਦੱਸੀਆਂ ਨੇ, ਪੰਜ ਮੰਗਾਂ। ਵੀ ਹਰੇਕ ਮਨੁੱਖ ਦੀ, ਭਾਵੇਂ ਉਹ ਮੈਂ ਵਾ ਭਾਵੇਂ ਤੁਸੀਂ ਹੋ, ਵੀ ਹਰੇਕ ਮਨੁੱਖ ਦੀਆਂ ਇਹ ਪੰਜ ਇੱਛਾਵਾਂ ਹੁੰਦੀਆਂ ਹੀ ਹੁੰਦੀਆਂ ਨੇ, ਹਰੇਕ ਮਨੁੱਖ ਦੀਆਂ। ਸਭ ਤੋਂ ਪਹਿਲੀ ਜਿਹੜੀ ਇੱਛਾ ਹੁੰਦੀ ਹੈ ਉਹ ਹੁੰਦੀ ਹੈ ਵੀ ਧਨ ਦੀ, ਪੈਸੇ ਦੀ। ਵੀ ਮਨੁੱਖ ਇਹ ਗੱਲ ਆਖਦਾ ਵੀ ਮੈਂ ਇਸ ਦੁਨੀਆਦਾਰੀ ਦੇ ਅੰਦਰ ਅਮੀਰ ਹੋਵਾਂ, ਮੇਰੇ ਕੋਲ ਧਨ ਦੌਲਤ ਹੋਵੇ, ਮੇਰੇ ਕੋਲ ਪੈਸੇ ਦੀ ਕਮੀ ਨਾ ਹੋਵੇ। ਤੇ ਜਿੱਥੇ ਜਿੱਥੇ ਉਹ ਇਸ ਦੁਨਿਆਵੀ ਧਨ ਨੂੰ ਮੰਗਦਾ ਵੀ ਉਹਦੇ ਨਾਲ ਨਾਲ ਵੀ ਉਹ ਸੱਚੇ ਧਨ ਦੀ ਵੀ ਪ੍ਰਾਪਤੀ ਚਾਹੁੰਦਾ, ਸੱਚੇ ਧਨ ਦੀ। ਕਹਿੰਦੇ ਜਿਸ ਧਨ ਕੋ ਚਾਰ ਕੁੰਠ ਉਠਾਵੈ, ਸੋ ਧਨ ਹਰ ਸੇਵਾ ਤੇ ਪਾਵੈ।
ਕਹਿੰਦੇ ਜਿਹੜਾ ਮਨੁੱਖ ਜਿਸ ਧਨ ਦੀ ਪ੍ਰਾਪਤੀ ਦੇ ਲਈ ਵੀ 4 ਕੁੰਟ ਭਾਵ ਚਾਰੇ ਦਿਸ਼ਾਵਾਂ ਸਾਰੇ ਦੇਸ਼ ਦੇ ਵਿੱਚ ਭ੍ਰਮਣ ਕਰਦਾ ਰਹਿੰਦਾ, ਭਟਕਦਾ ਰਹਿੰਦਾ, ਸੋ ਧਨ ਹਰ ਸੇਵਾ ਤੇ ਪਾਵੇ। ਕਹਿੰਦੇ ਅਸਲ ਦੇ ਵਿੱਚ ਵੀ ਉਸ ਧਨ ਦੀ ਜਿਹੜੀ ਪ੍ਰਾਪਤੀ ਹੈ ਨਾ, ਉਹ ਪ੍ਰਾਪਤੀ ਹੋਣੀ ਹੈ ਗੁਰੂ ਦੀ ਸੇਵਾ ਕਰਕੇ, ਹਰੀ ਦੀ ਸੇਵਾ ਕਰਕੇ। ਤੇ ਪਹਿਲੀ ਜਿਹੜੀ ਲੋੜ ਹੁੰਦੀ ਹੈ ਮਨੁੱਖ ਦੀ ਪੈਸੇ ਦੀ, ਧਨ ਦੀ। ਤੇ ਜਦੋਂ ਫਿਰ ਘਰ ਦੇ ਵਿੱਚ ਧਨ ਆ ਜਾਵੇ, ਫਿਰ ਮਨੁੱਖ ਹੀ ਆਖਦਾ ਵੀ ਦੂਜੀ ਮੇਰੀ ਲੋੜ ਹੈ ਵੀ ਮੇਰੀ ਜ਼ਿੰਦਗੀ ਦੇ ਅੰਦਰ ਸਦੀਵ ਕਾਲ ਦੇ ਲਈ ਸੁੱਖ ਬਣਿਆ ਰਵੇ। ਸਦੀਵ ਕਾਲ ਦੇ ਲਈ, ਸਦੀਵੀ ਕਾਲ ਸਬਾਈ, ਕਦੇ ਨਾ ਖਤਮ ਹੋਣ ਵਾਲਾ, ਕਦੇ ਨਾ ਨਾਸ਼ ਹੋਣ ਵਾਲਾ। ਵੈਸੇ ਤੇ ਇਸ ਦੁਨਿਆਵੀ ਜਿਹੜਾ ਸੁੱਖ ਹੈ ਵੀ ਇਸ ਦੁਨੀਆਦਾਰੀ ਦਾ ਜਿਹੜਾ ਸੁੱਖ ਹੈ ਵੀ ਇਹਨੂੰ ਅਲਪ ਸੁੱਖ ਆਖਿਆ ਗਿਆ। ਈਤ ਊਤਨੀ ਵਿਛੁੜੈ ਸੋ ਸੰਗੀ ਗਣੀਐ, ਬਿਨ ਸਜਾਈ ਜੋ ਨਿਮਖ ਮੈਂ ਸੋ ਅਲਪ ਸੁੱਖ ਬਣੀਐ। ਕਹਿੰਦੇ ਜਿਹੜਾ ਛਿਨ ਮਾਤਰ ਦੇ ਅੰਦਰ, ਨਿਮਕ ਮਾਤਰ ਦੇ ਅੰਦਰ ਹੀ ਜਿਹੜਾ ਸੁੱਖ ਖਤਮ ਹੋ ਜਾਣਾ, ਬਿਨਸ ਜਾਣਾ ਹੈ, ਤੇ ਕਹਿੰਦੇ ਇਹ ਕੇਵਲ ਅਲਪ ਸੁੱਖ ਆ, ਅਲਪਨਾ ਕੀਤੀ ਜਾ ਸਕਦੀ ਹੈ। ਤੇ ਦੂਜੀ ਬੰਦੇ ਦੀ ਮੰਗ ਹੁੰਦੀ ਹੈ ਵੀ ਦੂਜੀ ਮੰਗ ਇਹ ਵੀ ਮੇਰੇ ਕੋਲ ਸੁੱਖ ਹੋਵੇ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇ। ਕਹਿੰਦੇ ਭਾਈ ਜੇ ਤੂੰ ਸੁੱਖ ਦੀ ਮੰਗ ਕਰਨਾ, ਵੀ ਸੁੱਖ ਚਾਹੁੰਦਾ ਹੈ, ਵੀ ਇਹ ਜਿਹੜਾ ਸੁੱਖ ਤੈਨੂੰ ਮਿਲਣਾ ਹੈ ਸ਼ਰਨ ਰਾਮ ਕੀ ਲੇਹ, ਵੀ ਉਸ ਪਰਮਾਤਮਾ ਦੀ, ਰਾਮ ਦੀ ਜਿਹੜੀ ਸ਼ਰਨ ਹੈ ਵੀ ਸ਼ਰਨ ਲੈਣੀ ਕਰ। ਇਸ ਦੀਵ ਕਾਲ ਦਾ ਸੁੱਖ ਤੇ ਤੈਨੂੰ ਪਰਮਾਤਮਾ ਦੀ ਸ਼ਰਨ ਲੈ ਕੇ ਪ੍ਰਾਪਤ ਹੋਵੇਗਾ। ਪੰਜਵੇਂ ਪਾਤਸ਼ਾਹ ਜੀ ਵੀ ਇਹ ਗੱਲ ਆਖਦੇ, ਕਹਿੰਦੇ ਜੋ ਸੁਖ ਕੋ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਕਹਿੰਦੇ ਹੇ ਮੇਰੇ ਮਿੱਤਰ, ਵੀ ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈ, ਵੀ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਸੋ ਸੁਖ ਸਾਧੂ ਸੰਗ ਪ੍ਰੀਤ। ਉਹ ਜਿਹੜਾ ਸੁੱਖ ਮਿਲਣਾ ਤੈਨੂੰ ਗੁਰੂ ਦੀ ਸੰਗਤ ਕਰਕੇ, ਸਾਧੂ ਜਨਾਂ ਦੀ ਸੰਗਤ ਦੇ ਵਿੱਚ, ਜਦੋਂ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਤੂੰ ਆਵੇਂਗਾ, ਪ੍ਰੇਮ ਦੇ ਨਾਲ। ਤੇ ਇਹ ਸੁੱਖ ਫਿਰ ਪ੍ਰਾਪਤੀ, ਇਹਦੀ ਸੁੱਖ ਦੀ ਜਿਹੜੀ ਪ੍ਰਾਪਤੀ, ਜੋ ਸਦੀਵ ਕਾਲ ਦਾ ਸੁੱਖ ਹੈ ਵੀ ਆਨੰਦ ਹੈ, ਵੀ ਇਹਦੀ ਪ੍ਰਾਪਤੀ ਆ ਕੇ ਹੋਣੀ ਹੈ ਵੀ ਗੁਰੂ ਦੇ ਕੋਲੋਂ, ਗੁਰੂ ਦੀ ਸੰਗਤ ਕਰਕੇ। ਪਹਿਲੀ ਬੰਦੇ ਨੂੰ ਪੈਸੇ ਦੀ ਪ੍ਰਾਪਤੀ, ਪੈਸੇ ਦੀ ਇੱਛਾ, ਤੇ ਦੂਜੀ ਫਿਰ ਇੱਛਾ ਹੁੰਦੀ ਹੈ ਵੀ ਘਰ ਦੇ ਵਿੱਚ ਸੁੱਖ ਹੋਵੇ। ਫਿਰ ਜਦੋਂ ਇਹ ਦੋਵੇਂ ਚੀਜ਼ਾਂ ਹੁੰਦੀਆਂ ਨੇ, ਫਿਰ ਬੰਦਾ ਇਹ ਸੋਚਦਾ ਵੀ ਫਿਰ ਮੈਨੂੰ ਸ਼ੋਭਾ ਵੀ ਪ੍ਰਾਪਤ ਹੋਵੇ, ਮੇਰੀ ਇੱਜ਼ਤ ਵੀ ਹੋਵੇ ਦੁਨੀਆਦਾਰੀ ਦੇ ਅੰਦਰ। ਫਿਰ ਉਹ ਬੰਦਾ ਇਸ ਦੁਨੀਆਦਾਰੀ ਦੇ ਅੰਦਰ ਸ਼ੋਭਾ ਦੇ ਖਾਤਰ ਕਈ ਵਾਰੀ ਕੋਈ ਨੇਕ ਕੰਮ ਵੀ ਕਰਦਾ ਹੈ, ਚੰਗੇ ਕੰਮ, ਵੀ ਲੋਕ ਭਲਾਈ ਦੇ ਕੰਮ। ਵੈਸੇ ਤੇ ਪਿਆਰ ਵਾਲਿਓ, ਵੀ ਲੋਕ ਭਲਾਈ ਦੇ ਕੰਮ ਕਰਨੇ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਕਿਉਂਕਿ ਗੁਰਬਾਣੀ ਇਹ ਗੱਲ ਆਖਦੀ ਹੈ ਵੀ ਭਾਈ ਤੇਰਾ ਕਰਮਾਂ ਤੇ ਜਾ ਕੇ ਨਿਬੇੜਾ ਹੋਣਾ, ਤੇਰੇ ਜੇਕਰ ਤੂੰ ਚੰਗੇ ਕੰਮ ਕੀਤੇ ਹੋਣਗੇ ਵੀ ਤੇਰਾ ਉਹਦਾ ਫਲ ਮਿਲੇਗਾ। ਵੀ ਇਹੋ ਜਿਹੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਵੀ ਜਿਹਦੇ ਨਾਲ ਤੈਨੂੰ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਸ਼ਰਮਿੰਦਾ ਹੋਣਾ ਪਏ। ਫਰੀਦਾ ਜਿੰਨੀ ਕਮੀ ਨਾਹੀ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈਂ ਕਹਿ ਦਰਬਾਰ। ਤੇ ਤੀਜਾ ਬੰਦੇ ਨੂੰ ਹੁੰਦਾ ਵੀ ਫਿਰ ਮੇਰੀ ਦੁਨੀਆਦਾਰੀ ਦੇ ਅੰਦਰ ਇੱਜ਼ਤ ਵੀ ਬਣੀ ਰਹੇ, ਇੱਜ਼ਤ ਬਣੀ ਰਹੇ। ਕਹਿੰਦੇ ਕੇਵਲ ਇਸ ਦੁਨੀਆਦਾਰੀ ਦੀ ਜਿਹੜੀ ਇੱਜ਼ਤ ਹੈ ਵੀ ਇਹ ਇਹੋ ਜਿਹੀ ਇੱਜ਼ਤ ਹੈ ਵੀ ਜੇਕਰ ਕੋਈ ਚਾਹਵੇ ਵੀ 1 ਮਿੰਟ ਦੇ ਵਿੱਚ ਹੀ ਉਹਨੂੰ ਬੇਇੱਜ਼ਤ ਵੀ ਕਰ ਸਕਦਾ ਹੈ। ਪਰ ਜੇਕਰ ਤੂੰ ਅਸਲ ਦੇ ਵਿੱਚ ਸ਼ੋਭਾ ਚਾਹੁੰਦਾ ਹੈ ਨਾ, ਵੀ ਆਪਣੀ ਸ਼ੋਭਾ ਚਾਹੁੰਦਾ ਹੈ, ਵੀ ਉਹ ਸ਼ੋਭਾ ਤੈਨੂੰ ਮਿਲੇਗੀ ਜਾ ਕੇ। ਜਿਸ ਸ਼ੋਭਾ ਕੋ ਕਰੈ ਭਲੀ ਕਰਨੀ, ਸਾ ਸ਼ੋਭਾ ਭਜ ਹਰ ਕੀ ਸ਼ਰਣੀ। ਵੀ ਇਹ ਸ਼ੋਭਾ ਦੀ ਜਿਹੜੀ ਪ੍ਰਾਪਤੀ ਹੋਣੀ ਹੈ ਗੁਰੂ ਦੀ ਸ਼ਰਨ ਪਿਆ, ਗੁਰੂ ਦੇ ਲੜ ਲੱਗਿਆ।
ਵੀ ਆਪਾਂ ਗੁਰਬਾਣੀ ਦੇ ਅੰਦਰ ਪੜ੍ਹਦੇ ਆ ਨਾ ਵੀ ਉਹ ਪਰਮਾਤਮਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਵੀ ਜੇਕਰ ਕੋਈ ਮਨੁੱਖ ਭਲੇ ਪੁਰਸ਼ ਦੇ ਕੋਲ ਜਾ ਕੇ ਬੈਠ ਜਾਵੇ, ਉਹਦੀ ਸੰਗਤ ਕਰਨੀ ਸ਼ੁਰੂ ਕਰ ਦੇਵੇ, ਵੀ ਲੋਕੀ ਉਹਦੀ ਸ਼ੋਭਾ ਕਰਦੇ ਨੇ ਵੀ ਭਾਈ ਇਹਦੀ ਸੰਗਤ ਚੰਗੀ ਹੈ, ਵੀ ਇਹ ਸੰਗੇ ਦੀ ਸੰਗਤ ਕਰਦਾ ਚੰਗੇ ਦੀ। ਵੀ ਇਸੇ ਪ੍ਰਕਾਰ ਵੀ ਕਹਿੰਦੇ ਭਾਈ ਵੀ ਜਦੋਂ ਇਹ ਗੁਰੂ ਤੇ ਸ਼ੋਭਨੀਕ ਹੈ, ਵੀ ਸ਼ੋਭਾ ਦਾ ਪੱਤਰ ਆ, ਇਹ ਸ਼ੋਭਨੀਕ, ਇਹ ਸ਼ੋਭਾ ਦਾ ਖਜ਼ਾਨਾ ਆ। ਵੀ ਜਿਹੜਾ ਮਨੁੱਖ ਇਸ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠ ਜਾਂਦਾ ਹੈ, ਵੀ ਗੁਰੂ ਦੀ ਸ਼ਰਣੀ ਪੈ ਜਾਂਦਾ ਹੈ, ਵੀ ਕਹਿੰਦੇ ਭਾਈ ਵੀ ਉਹ ਫਿਰ ਦੁਨੀਆਦਾਰੀ ਦੇ ਅੰਦਰ ਵੀ ਸ਼ੋਭਾ ਪ੍ਰਾਪਤ ਕਰਦਾ ਹੈ। ਇੱਥੋਂ ਤੱਕ ਦੁਨੀਆਦਾਰੀ ਦੇ ਅੰਦਰ ਕਿ ਰੱਬ ਦੇ ਦਰ ਦੇ ਉੱਤੇ ਵੀ ਜਾ ਕੇ ਪ੍ਰਵਾਨ ਹੋ ਜਾਂਦਾ, ਰੱਬ ਦੇ ਦਰ ਤੇ ਇਹਦੇ ਤੋਂ ਬਾਅਦ ਜਿਹੜੀ ਚੌਥੀ ਮੰਗ ਦੱਸੀ ਹੈ, ਵੀ ਚੌਥੀ ਮੰਗ ਬੰਦੇ ਦੀ ਹੁੰਦੀ ਹੈ ਵੀ ਜਿੱਥੇ ਘਰ ਦੇ ਵਿੱਚ ਹੁਣ ਧਨ ਦੌਲਤ ਵੀ ਹੈ, ਜਿੱਥੇ ਘਰ ਦੇ ਵਿੱਚ ਸੁੱਖ ਵੀ ਹੈ, ਵੀ ਜਿੱਥੇ ਆਲੇ ਦੁਆਲੇ ਸ਼ੋਭਾ ਵੀ ਹੈ, ਵੀ ਫਿਰ ਉਹ ਬੰਦਾ ਆਖਦਾ ਵੀ ਭਾਈ ਵੀ ਜੇਕਰ ਹੁਣ ਮੇਰਾ ਜਿਹੜਾ ਸਰੀਰ ਹੈ, ਵੀ ਇਸ ਸਰੀਰ ਨੂੰ ਕੋਈ ਰੋਗ ਨਾ ਹੋਵੇ, ਰੋਗੀ ਨਾ ਹੋਵਾ, ਰੋਗੀ। ਇਹ ਚੌਥੀ ਬੰਦੇ ਦੀ ਮੰਗ ਹੁੰਦੀ ਹੈ। ਕਹਿੰਦੇ ਅਨੇਕੋ ਪਾਵੀ ਰੋਗ ਨਾ ਜਾਈ, ਰੋਗ ਮਿਟਾ ਹਰ ਵਖਤ ਲਾਈ। ਤੇ ਬੰਦੇ ਦੇ ਅੰਦਰ ਜੇਕਰ ਇੱਕ ਸਭ ਤੋਂ ਵੱਡਾ ਜਿਹੜਾ ਰੋਗ ਮੰਨਿਆ ਗਿਆ ਦੀਰਘ ਰੋਗ, ਉਹ ਮੰਨਿਆ ਗਿਆ ਹੰਕਾਰ ਦਾ ਰੋਗ, ਹਉਮੈ ਦਾ ਰੋਗ। ਹਉਮੈ ਦੀਰਘ ਰੋਗ ਹੈ। ਤੇ ਇਹ ਇੱਕ ਇਹੋ ਜਿਹਾ ਰੋਗ ਹੈ ਵੀ ਜੇਕਰ ਮਨੁੱਖ ਨੂੰ ਕੋਈ ਬੁਖਾਰ ਹੋ ਜਾਵੇ, ਕੋਈ ਸ਼ੂਗਰ ਹੋ ਜਾਵੇ, ਕੋਈ ਟਾਈਫਾਇਡ ਹੋ ਜਾਵੇ, ਜਾਂ ਕਿਸੇ ਪ੍ਰਕਾਰ ਦਾ ਕੋਈ ਰੋਗ ਲੱਗ ਜਾਵੇ, ਤੇ ਉਹ ਬੰਦਾ ਫਿਰ ਇਸ ਦੁਨੀਆਦਾਰੀ ਦੇ ਅੰਦਰ ਵੱਡੇ ਵੱਡੇ ਹਸਪਤਾਲ ਬਣੇ ਹੋਏ ਨੇ, ਡਾਕਟਰ ਮਾਹਿਰ ਤੋਂ ਮਾਹਿਰ ਡਾਕਟਰ, ਸਿਆਣੇ ਤੋਂ ਸਿਆਣਾ ਡਾਕਟਰ ਬੈਠਾ ਹੋਇਆ। ਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਜਿੱਥੇ ਉਹ ਬੰਦਾ ਇਹ ਚਾਹੁੰਦਾ ਹੈ ਵੀ ਮੈਨੂੰ ਸਰੀਰਕ ਤੌਰ ਤੇ ਕੋਈ ਰੋਗ ਨਾ ਹੋਵੇ, ਵੀ ਉਹਦੇ ਨਾਲ ਵੀ ਜੇਕਰ ਮਾਨਸਿਕ ਤੌਰ ਤੇ ਵੀ ਰੋਗਾਂ ਦੀ ਉਹ ਨਿਵਰਤੀ ਕਰਨਾ ਚਾਹੁੰਦਾ ਹੈ, ਵੀ ਜਿਵੇਂ ਹੰਕਾਰ ਵਰਗਾ ਜਿਹੜਾ ਰੋਗ ਹੈ, ਵੀ ਜਿਹਨੂੰ ਸਭ ਤੋਂ ਵੱਡਾ ਰੋਗ ਮੰਨਿਆ ਗਿਆ ਹੈ। ਵੱਡੇ ਵੱਡੇ ਜਿਹੜੇ ਵਿਦਵਾਨ ਨੇ, ਸਾਇੰਟਿਸਟ ਨੇ, ਵੀ ਉਹਨਾਂ ਨੇ ਇਹ ਗੱਲ ਆਖ ਦਿੱਤੀ ਵੀ ਭਾਈ ਵੀ ਇਸ ਹੰਕਾਰ ਰੋਗ ਦਾ ਕੋਈ ਇਲਾਜ ਨਹੀਂ, ਇਹ ਲਾਜਵਾਬ ਹੈ, ਲਾ ਇਲਾਜ, ਭਾਵ ਇਹਦਾ ਕੋਈ ਇਲਾਜ ਨਹੀਂ, ਇਹਦੀ ਕੋਈ ਦਵਾਈ ਨਹੀਂ। ਪਰ ਜਦੋਂ ਪਿਆਰ ਵਾਲੇ ਉਹ ਚੱਲ ਕੇ ਗੁਰੂ ਦੇ ਕੋਲ ਜਾਂਦੇ ਆ ਨਾ, ਗੁਰੂ ਨੂੰ ਆ ਕੇ ਪੁੱਛਦੇ ਆ ਵੀ ਸਤਿਗੁਰੂ ਪਾਤਸ਼ਾਹ ਜੀਓ ਵੀ ਇਹ ਹੰਕਾਰ ਦਾ ਏਡਾ ਵੱਡਾ ਰੋਗ, ਵੀ ਇਹਦੇ ਤੋਂ ਨਿਵਰਤੀ ਕਿਵੇਂ? ਫਿਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਵੀ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਵੀ हे ਭਾਈ ਵੀ ਇਹਦਾ ਇਲਾਜ ਵੀ, ਇਹਦਾ ਇਲਾਜ ਇਹ ਹੈ ਵੀ ਜੇ ਤੂੰ ਗੁਰੂ ਦਾ ਸ਼ਬਦ ਕਮਾਉਣਾ ਹੈ, ਵੀ ਗੁਰੂ ਦਾ ਆਰਾਧਨ ਕਰਨਾ, ਗੁਰੂ ਦੇ ਦਿੱਤਾ ਹੋਇਆ ਉਪਦੇਸ਼ ਕਮਾਉਣਾ ਹੈ, ਤੇ ਕਿਰਪਾ ਕਰੇ ਜੇ ਆਪਣੀ, ਤੇ ਫਿਰ ਉਹ ਗੁਰੂ ਕਿਰਪਾ ਕਰਕੇ ਵੀ ਤੇਰਾ ਇਹ ਜਿਹੜਾ ਰੋਗ ਹੈ ਵੀ ਇਹ ਰੋਗ ਕੱਟ ਦਿੰਦਾ ਹੈ। ਇਹ ਬੰਦੇ ਦੀਆਂ ਚਾਰ ਇੱਛਾਵਾਂ ਹੁੰਦੀਆਂ ਨੇ, ਹਰੇਕ ਬੰਦੇ ਦੀ ਮੰਗ ਹੈ, ਇਹ ਮਨੋਕਾਮਨਾਵਾਂ ਨੇ, ਇਹ ਕਾਰਜ ਹੁੰਦੇ ਨੇ ਵੀ ਜਿਹਦੇ ਕਰਕੇ ਬੰਦਾ ਸਾਰੀ ਉਮਰ ਭਟਕਦਾ ਰਹਿੰਦਾ, ਸਾਰੀ ਉਮਰ ਸਾਰੀ। ਬੰਦਾ ਆਖਦਾ ਮੇਰੀ ਜ਼ਿੰਦਗੀ ਦੇ ਅੰਦਰ ਪੈਸਾ ਵੀ ਹੋਵੇ, ਧਨ ਦੌਲਤ ਵੀ ਹੋਵੇ, ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ, ਗਰੀਬੀ ਨਾ ਹੋਵੇ, ਤੇ ਦੂਜਾ ਫਿਰ ਘਰ ਦੇ ਅੰਦਰ ਸੁੱਖ ਵੀ ਹੋਣਾ ਚਾਹੀਦਾ। ਸੁੱਖ ਹੋਵੇਗਾ ਫਿਰ ਆਖਦਾ ਵੀ ਭਾਈ ਵੀ ਇਸ ਦੁਨੀਆਦਾਰੀ ਦੇ ਅੰਦਰ ਮੇਰੀ ਸ਼ੋਭਾ ਵੀ ਹੋਵੇ, ਤੇ ਸ਼ੋਭਾ ਤੋਂ ਬਾਅਦ ਇਹ ਗੱਲ ਆਖਦਾ ਵੀ ਇਹ ਜੋ ਮੇਰਾ ਸਰੀਰ ਹੈ ਨਾ, ਵੀ ਇਹ ਸਰੀਰ ਮੇਰਾ ਤੰਦਰੁਸਤ ਹੋਵੇ, ਨਿਰੋਗ ਰਵੇ। ਤੇ ਸਤਿਗੁਰੂ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਵੀ हे ਭਾਈ ਵੀ ਜੇਕਰ ਤੂੰ ਇਹ ਸਭ ਕੁਝ ਚਾਹੁੰਦਾ, ਵੀ ਇਹ ਸਭ ਕੁਝ ਜੇਕਰ ਪ੍ਰਾਪਤੀ ਹੋਣੀ ਹੈ, ਵੀ ਇਹ ਸੁੱਖਾਂ ਦਾ ਜਿਹੜਾ ਖਜ਼ਾਨਾ ਹੈ, ਵੀ ਉਹ ਖਜ਼ਾਨਾ ਹੈ ਉਹ ਪਰਮਾਤਮਾ ਅਕਾਲ ਪੁਰਖ। कि अनक उपावी रोग न जाए, रोग मिटा हर वखत लाए, सर्व निदान में हर नाम निदान, जप नानक दरगाह प्रवान। इन्हां सारिया खजानिਆਂ ਦੇ ਵਿੱਚੋਂ ਜੇਕਰ ਸਭ ਤੋਂ ਵਧੀਆ ਖਜ਼ਾਨਾ ਹੈ ਵੀ ਉਹ ਹੈ ਪਰਮਾਤਮਾ ਦੇ ਨਾਮ ਦਾ ਖਜ਼ਾਨਾ।
ਤੇ ਵੈਸੇ ਤੇ ਦੁਨੀਆਦਾਰੀ ਦੇ ਅੰਦਰ ਇਹ ਵੀ ਗੱਲ ਮੰਨੀ ਜਾਂਦੀ ਹੈ ਵੀ ਜਦੋਂ ਮਨੁੱਖ ਆਪਣੇ ਕੰਮ ਦੇ ਨਾਲ ਪ੍ਰੇਮ ਪਾ ਲੈਂਦਾ, ਕੰਮ ਦੇ ਨਾਲ ਪ੍ਰੀਤ ਪਾ ਲੈਂਦਾ ਵੀ ਉਹਨੂੰ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਗੁਰਬਾਣੀ ਵੀ ਗੱਲ ਆਖਦੀ ਹੈ ਵੀ ਕਹਿੰਦੇ ਜੇਕਰ ਤੂੰ ਜ਼ਿੰਦਗੀ ਦੇ ਅੰਦਰ ਸੁਖ ਚਾਹੁੰਦਾ ਹੈ ਨਾ, ਵੀ ਸੁਖ ਦੀ ਤੈਨੂੰ ਪ੍ਰਾਪਤੀ ਹੋਵੇਗੀ ਕਮਾਵਦਿਆਂ ਸੁਖ ਪੁੰਚ। ਮਿਹਨਤ ਕਰ, ਮਸ਼ੱਕਤ ਕਰ, ਵੀ ਜੇ ਤੂੰ ਮਸ਼ੱਕਤ ਘਾਲੇਗਾ ਵੀ ਇਸ ਮਸ਼ੱਕਤ ਘਾਲੀ ਹੋਈ ਦਾ ਤੈਨੂੰ ਫਲ ਜ਼ਰੂਰ ਮਿਲੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਭਾਈ ਵੀ ਉਹ ਪ੍ਰਮਾਤਮਾ ਆਪਣੇ ਸੇਵਕ ਦਾ ਹਲਤ ਤੇ ਪਲਤ ਦੋਵੇਂ ਸਵਾਰ ਦਿੰਦਾ ਹੈ। ਹਲਤ ਪਲਤ ਵੀ ਜਿਹੜਾ ਮਨੁੱਖ ਉਸ ਗੁਰੂ ਦੇ ਲੜ ਲੱਗ ਜਾਂਦਾ ਹੈ, ਗੁਰੂ ਵਾਲਾ ਬਣ ਜਾਂਦਾ ਹੈ, ਵੀ ਹਲਤ ਦੋਵੇਂ ਥਾਂਵ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਵੀ ਜਿੱਥੇ ਗੁਰੂ ਨੇ ਬੰਦੇ ਦੇ ਹਲਤ ਤੇ ਪਲਤ ਸਵਾਰ ਦਿੱਤਾ, ਲੋਕ ਤੇ ਪ੍ਰਲੋਕ ਸੁਹਿਲਾ ਕਰ ਦਿੱਤਾ, ਵੀ ਉਹਦੇ ਨਾਲ ਨਾਲ ਵੀ ਉਹਦੇ ਜਿਹੜੇ ਕਾਰਜ ਨੇ ਨਾ ਮਨ ਦੇ ਤੌਰ ਤੇ ਇਹ ਕਾਰਜ ਵੀ ਪੂਰੇ ਹੋ ਗਏ। ਕਾਰਜ ਕਿਹੜੇ? ਬੰਦਾ ਸੰਸਾਰ ਦੇ ਉੱਤੇ ਹੀ ਆਇਆ ਹੈ ਵੀ ਮੇਰਾ ਜੀਵਨ ਸਫਲਾ ਹੋ ਜਾਵੇ, ਦੁਬਾਰਾ ਤੋਂ ਮੈਂ ਜਨਮ ਮਰਨ ਦੀ ਗੇੜ 'ਚ ਨਾ ਪਵਾਂ, ਇਹਨਾਂ ਚੱਕਰਾਂ ਦੇ ਵਿੱਚ ਨਾ ਪਵਾਂ। ਵੀ ਇਹ ਬੰਦੇ ਦੇ ਕਾਰਜ ਹੀ ਨੇ। ਇਹ ਹਰੇਕ ਮਨੁੱਖ ਦਾ ਕਾਰਜ ਹੈ ਵੀ ਹਰੇਕ ਮਨੁੱਖ, ਭਾਵੇਂ ਉਹ ਬੱਚਾ ਹੈ, ਭਾਵੇਂ ਕੋਈ ਬਜ਼ੁਰਗ ਹੈ, ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ ਵੀ ਇਸ ਦੁਨੀਆ ਦੇ ਅੰਦਰ, ਵੀ ਹਰੇਕ ਦਾ ਇਹ ਕਾਰਜ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਫਿਰ ਉਸ ਸੂਰਮੇ ਗੁਰੂ ਨੇ ਵੀ ਇਹ ਜਿਹੜੇ ਆਪਣੇ ਸਿੱਖ ਦੇ ਵੀ ਇਹ ਕਾਰਜ ਵੀ ਪੂਰੇ ਕੀਤੇ ਨੇ। ਤੇ ਫਿਰ ਸਿੱਖ ਵੀ ਗੁਰੂ ਦੇ ਕੋਲ ਆ ਕੇ ਪਿਆਰ ਵਾਲਿਓ ਵੀ ਫਿਰ ਇਹ ਗੱਲ ਮੰਗਦਾ ਵੀ ਸਤਿਗੁਰੂ ਪਾਤਸ਼ਾਹ ਜੀਓ ਵੀ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ, ਵੀ ਮੇਰਾ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਵੀ ਇਸ ਗੇੜ ਨੂੰ ਕੱਟ ਦਵੋ। ਹੁੰਦਾ ਨਾ ਛੇਵੇਂ ਪਾਤਸ਼ਾਹ ਦੇ ਦਰ ਦੇ ਉੱਤੇ ਲਾਹੌਰ ਦੀ ਧਰਤੀ ਤੇ ਇੱਕ ਗਰੀਬ ਕਾਹੀ, ਵੀ ਜਦੋਂ ਸਤਿਗੁਰਾਂ ਨੂੰ ਆ ਕੇ ਨਮਸਕਾਰ ਕਰਦਾ, ਮੱਥਾ ਟੇਕਦਾ, ਵੀ 1 ਟਕਾ ਅੱਗੇ ਰੱਖਿਆ ਸਤਿਗੁਰਾਂ ਦੇ ਤੇ ਮੱਥਾ ਟੇਕ ਕੇ ਵੀ ਹੱਥ ਜੋੜ ਕੇ ਅਰਦਾਸ ਕਰਨ ਲੱਗਾ ਵੀ ਸਤਿਗੁਰੂ ਪਾਤਸ਼ਾਹ ਜੀਓ ਵੀ ਮੇਰੇ ਤੇ ਕਿਰਪਾ ਕਰੋ, ਵੀ ਮੈਨੂੰ ਜਨਮ ਮਰਨ ਦਾ ਜਿਹੜਾ ਇਹ ਗੇੜ ਹੈ ਵੀ ਮੇਰਾ ਇਹ ਜਨਮ ਮਰਨ ਦਾ ਗੇੜ ਕੱਟ ਦਿਓ। ਤੇ ਫਿਰ ਸਤਿਗੁਰਾਂ ਨੇ ਵੀ ਅੱਗੋਂ ਰਹਿਮਤ ਕੀਤੀ, ਵੀ ਆਖਣ ਲੱਗੇ ਵੀ ਭਾਈ ਵੀ ਗੁਰੂ ਨਾਨਕ ਦੇ ਦਰ ਤੇ ਤੂੰ ਚੱਲ ਕੇ ਆਇਆ, ਵੀ ਗੁਰੂ ਤੇਰੇ ਤੇ ਕਿਰਪਾ ਕਰੇਗਾ, ਰਹਿਮਤ ਕਰੇਗਾ, ਵੀ ਤੇਰਾ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਵੀ ਇਹ ਕੱਟ ਦੇਵੇਗਾ। ਕਿ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ, ਉਸ ਪਰਮਾਤਮਾ ਨੂੰ ਅਰਾਧਿਆ ਕਰ, ਯਾਦ ਕਰਿਆ ਕਰ, ਚੇਤਾ ਕਰਿਆ ਕਰ। ਤੇ ਪਿਆਰ ਵਾਲਿਓ ਵੀ ਜਿਹਦੇ ਉੱਤੇ ਗੁਰੂ ਰਹਿਮਤ ਕਰ ਦਿੰਦਾ, ਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਵੀ ਉਹਦਾ ਫਿਰ ਲੋਕ ਕੀ ਪ੍ਰਲੋਕ ਵੀ ਸੁਹਿਲਾ ਕਰ ਦਿੰਦਾ ਹੈ। ਲੋਕ ਕੀ ਪ੍ਰਲੋਕ, ਉਹ ਇੱਥੇ ਤੇ ਗੁਰੂ ਆਪ ਸਹਾਈ ਹੈ ਹੀ ਹੈ, ਵੀ ਇਹਦੇ ਨਾਲ ਨਾਲ ਵੀ ਜਿੱਥੇ ਜਾ ਕੇ ਸਾਡੇ ਕਰਮਾਂ ਦਾ ਹਿਸਾਬ ਹੋਣਾ, ਵੀ ਸਾਡਾ ਲੇਖਾ ਹੋਣਾ, ਵੀ ਉੱਥੇ ਵੀ ਜਾ ਕੇ ਉਹ ਸਹਾਈ ਹੁੰਦਾ ਹੈ। ਤੇ ਇਤੋਂ ਤੱਕ ਵੀ ਪਿਆਰ ਵਾਲਿਓ ਗੁਰਬਾਣੀ ਤੇ ਇਹ ਵੀ ਗੱਲ ਆਖਦੀ ਹੈ, ਵੀ ਕਹਿੰਦੇ ਭਾਈ ਵੀ ਜਿਹੜਾ ਮਨੁੱਖ ਗੁਰੂ ਦੇ ਲੜ ਲੱਗਿਆ, ਵੀ ਗੁਰੂ ਦੀ ਰਹਿਮਤ ਹੋਈ, ਵੀ ਗੁਰੂ ਤੇ ਇੰਨੀ ਬਖਸ਼ਿਸ਼ ਕਰ ਦਿੱਤੀ ਵੀ ਭਾਈ ਧਰਮ ਰਾਜ ਵੀ ਉਹਦਾ ਲੇਖਾ ਨਹੀਂ ਮੰਗਦਾ। ਧਰਮ ਰਾਜ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਵੀ ਜਿਸ ਦਾ ਲੇਖਾ ਵੀ ਗੁਰੂ ਦਾ ਹਿਸਾਬ ਕਿਤਾਬ ਵੀ ਗੁਰੂ ਨਾਨਕ ਨੇ ਆਪ ਕਰ ਲਿਆ, ਵੀ ਗੁਰੂ ਨੇ ਆਪ ਕਰ ਦਿੱਤਾ, ਵੀ ਕਹਿੰਦੇ ਭਾਈ ਵੀ ਉਹਦਾ ਧਰਮ ਰਾਜ ਕੀ ਲੇਖਾ ਕਰੇਗਾ। ਧਰਮ ਰਾਜ ਨੇ ਤੇ ਉਹਦੀ ਵਾਹੀ ਪਾੜ ਦਿੱਤੀ, ਉਹਦੇ ਉਹ ਕਾਗਜ਼ੀ ਪਾੜ ਕੇ ਰੱਖ ਦਿੱਤੇ ਹਿਸਾਬ ਕਿਤਾਬ ਦੇ ਵੀ ਚੰਗੇ ਬੰਦੇ ਕਰਮਾਂ ਦੇ, ਕਿਉਂਕਿ ਉਹਦਾ ਲੇਖਾ ਹੀ ਜਿਹੜਾ ਹਿਸਾਬ ਕਿਤਾਬ ਹੀ ਗੁਰੂ ਨਾਨਕ ਨੇ ਆਪ ਕਰ ਦਿੱਤਾ, ਗੁਰੂ ਨੇ ਆਪ ਕਰ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਹਰ ਹਰ ਨਾਮ ਜਪਤ ਸੁਖ ਸਹਿਜੇ, ਮਜਨ ਹੋਵਤ ਸਾਧੂ ਧੂਰੇ। ਵੀ ਹੈ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਹਰੀ ਹਰੀ ਕੀਤੀਆਂ, ਵਾਹਿਗੁਰੂ ਵਾਹਿਗੁਰੂ ਕੀਤੀਆਂ, ਵੀ ਸਿਮਰਨ ਕੀਤੀਆਂ, ਜਪਤ ਸੁਖ ਸਹਿਜੇ।
ਜਪਦਿਆਂ ਵੀ ਭਾਈ ਤੇਰੀ ਜ਼ਿੰਦਗੀ ਦੇ ਅੰਦਰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ, ਆਤਮਿਕ ਆਨੰਦ ਦੀ। ਤੇ ਮਜਨ ਹੋਵਤ ਸਾਧੂ ਤੂਰੇ, ਵੀ ਉਹਦੇ ਨਾਲ ਨਾਲ ਵੀ ਤੂੰ ਗੁਰੂ ਦੇ ਚਰਨਾਂ ਦੀ ਧੂੜੀ ਹੈ ਜਿਹੜੀ ਵੀ ਉਹਦਾ ਵੀ ਇਸ਼ਨਾਨ ਪ੍ਰਾਪਤ ਕਰੇਗਾ। ਤੇ ਆਵਨ ਜਾਣ ਰਹੇ ਥਿਤ ਪਾਏ, ਜਨਮ ਮਰਨ ਕੇ ਬਿਟੇ ਵਸੂਰੇ। ਫਿਰ ਇਹ ਆਉਣ ਜਾਣ ਦੇ ਜਿਹੜੇ ਗੇੜ ਨੇ ਵੀ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਵੀ ਉਸ ਬੰਦੇ ਦਾ ਕੱਟਿਆ ਜਾਂਦਾ ਹੈ। ਵੀ ਜਿਹਦੇ ਤੇ ਗੁਰੂ ਰਹਿਮਤ ਕਰਦਾ ਹੈ, ਭਰਮ ਪੈ ਤਰੇ ਛੂਟੇ ਪੈ ਜੰਮ ਕੇ, ਕਟ ਕਟ ਏਕ ਰਿਹਾ ਭਰਪੂਰੇ। ਵੀ ਜਿੱਤੇ ਗੁਰੂ ਨੇ ਰਹਿਮਤ ਕੀਤੀ, ਵੀ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਈ, ਫਿਰ ਪਿਆਰ ਵਾਲਿਓ ਵੀ ਉਹਦੀ ਜ਼ਿੰਦਗੀ ਦੇ ਅੰਦਰੋਂ ਇਹ ਭਰਮਾਂ ਦੀ ਜਿਹੜੇ ਫਾਹੀ ਪਈ ਹੋਈ ਸੀ, ਭਰਮ ਪੈ ਤਰੇ। ਬੰਦੇ ਦੇ ਮਨ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਡਰ ਨੇ, ਅਨੇਕਾਂ ਪ੍ਰਕਾਰ ਦੇ ਇਹ ਡਰ ਘਰ ਘਰੀ ਬੈਠੇ ਨੇ ਘਰ। ਤੇ ਕਈ ਵਾਰੀ ਮਨੁੱਖ ਇਸ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਵੀ ਇਹਨਾਂ ਡਰਾਂ ਦੇ ਕਰਕੇ ਵੀ ਕਈ ਵਾਰੀ ਵੀ ਉਹ ਧਰਮ ਦੇ ਦਾਅ ਤੇ ਮਿੱਥੇ ਹੋਏ ਜਿਹੜੇ ਕਾਰਜ ਵੀ ਕਰਦਾ ਹੈ। ਤੇ ਮਨੁੱਖ ਦੋ ਤਰੀਕੇ ਦੇ ਨਾਲ ਰੱਬ ਨੂੰ ਯਾਦ ਕਰਦਾ, ਵੀ ਪਹਿਲਾ ਯਾਦ ਕਰਦਾ ਵੀ ਜਾਂ ਤੇ ਕੋਈ ਇੱਛਾ ਹੋਵੇ ਜਾਂ ਕੋਈ ਲਾਲਚ ਹੋਵੇ, ਤੇ ਦੂਜਾ ਜੇਕਰ ਪ੍ਰਾਪਤੀ ਕਰਦਾ ਰੱਬ ਨੂੰ ਯਾਦ ਕਰਦਾ ਵੀ ਉਹ ਰੱਬ ਨੂੰ ਯਾਦ ਕਰਨ ਦਾ ਕਾਰਨ ਹੁੰਦਾ ਵੀ ਡਰ, ਮਨ ਦੇ ਅੰਦਰ ਭੈ, ਕਿਸੇ ਚੀਜ਼ ਤੋਂ ਡਰ ਹੋਵੇ ਨਾ। ਵੀ ਇਹੀ ਕਾਰਨ ਸੀ ਵੀ ਬੰਦੇ ਨੂੰ ਹਵਾ ਤੋਂ ਡਰ ਲੱਗਿਆ ਵੀ ਉਹਨੇ ਹਵਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਪਾਣੀ ਤੋਂ ਡਰ ਲੱਗਾ ਵੀ ਪਾਣੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਅੱਗ ਤੋਂ ਡਰ ਲੱਗਾ ਵੀ ਪਤਾ ਲੱਗਾ ਵੀ ਅੱਗ ਸਾੜ ਦਿੰਦੀ ਹੈ ਵੀ ਭਾਈ ਉਹਨੇ ਅੱਗ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਅਗਨੀ ਦੇਵਤਾ। ਵੀ ਜਾਂ ਤੇ ਵੀ ਬੰਦੇ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੇ ਲਈ ਬੰਦਾ ਸਿਮਰਦਾ, ਰੱਬ ਨੂੰ ਯਾਦ ਕਰਦਾ, ਤੇ ਜਾਂ ਫਿਰ ਕਿਸੇ ਪ੍ਰਕਾਰ ਦਾ ਮਨ ਦੇ ਅੰਦਰ ਕੋਈ ਡਰ ਹੈ। ਜਦੋਂ ਆਪਾਂ ਹਿੰਦੂ ਮਤ ਦੀ ਜਿਹੜੀ ਫਿਲਾਸਫੀ ਨੂੰ ਪੜ੍ਹਦੇ ਹਾਂ ਵੀ ਉਹਨਾਂ ਦੇ ਅੰਦਰ ਇਹ ਮੰਨਿਆ ਜਾਂਦਾ ਹੈ ਵੀ ਭਾਈ ਇਸ ਸ੍ਰਿਸ਼ਟੀ ਨੂੰ ਤਿੰਨ ਜਣੇ ਜਿਹੜੇ ਚਲਾ ਰਹੇ ਨੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ। ਜੋ ਬ੍ਰਹਮਾ ਹੈ ਉਹ ਪੈਦਾ ਕਰਨ ਵਾਲਾ ਹੈ, ਤੇ ਵਿਸ਼ਨੂੰ ਹੈ ਵੀ ਉਹ ਕੀ ਕਰਨ ਵਾਲਾ ਵੀ ਉਹ ਸਾਰਿਆਂ ਨੂੰ ਇੱਕ ਖਜ਼ਾਨਾ ਦੇਣ ਵਾਲਾ, ਭਾਵ ਉਹਦੇ ਕੋਲ ਖਜ਼ਾਨੇ ਦੀਆਂ ਚਾਬੀਆਂ ਨੇ। ਉਹ ਸਟੋਰ ਕੀਪਰ ਲਾ ਲਓ, ਸਟੋਰ ਵੀ ਜਿਵੇਂ ਕੋਈ ਖਜ਼ਾਨਾ ਹੋਵੇ ਨਾ ਵੀ ਸਾਰਿਆਂ ਕੋਲ ਉਹਦੇ ਕੋਲ ਪਿਆ ਹੋਵੇ ਵੀ ਭਾਈ ਇੰਨਾ ਇੰਨਾ ਰਾਸ਼ਨ ਇਹਨੂੰ ਦੇਣਾ ਹੈ। ਤੇ ਤੀਜਾ ਜਿਹੜਾ ਮੰਨਿਆ ਗਿਆ ਬ੍ਰਹਮਾ, ਮਾਫ ਕਰਨਾ, ਤੀਜਾ ਮੰਨਿਆ ਗਿਆ ਸ਼ਿਵ ਜੀ, ਵੀ ਜਿਹਨੂੰ ਆਖਿਆ ਜਾਂਦਾ ਹੈ ਵੀ ਭਾਈ ਇਹ ਨਾਸ਼ ਕਰਨ ਵਾਲਾ ਹੈ। ਵੀ ਬੰਦਾ ਡਰਦੇ ਕਰਕੇ ਜਾਂ ਤੇ ਯਾਦ ਕਰਦਾ ਵੀ ਜਾਂ ਆਪਣੇ ਡਰ ਕਰ ਜਾਂ ਕਰਦਾ ਯਾਦ ਵੀ ਲਾਲਸਾ ਦੇ ਕਰਕੇ। ਪਰ ਗੁਰਬਾਣੀ ਇਹ ਗੱਲ ਆਖਦੀ ਹੈ ਵੀ ਭਾਈ ਵੀ ਕੇਵਲ ਇੱਕੋ ਹੀ ਪਰਮਾਤਮਾ ਹੈ, ਵੀ ਉਹੀ ਸੰਸਾਰ ਦੇ ਅੰਦਰ ਪੈਦਾ ਕਰਦਾ ਹੈ, ਵੀ ਉਹੀ ਸੰਸਾਰ ਦੀ ਸੰਭਲਾ ਕਰਨ ਵਾਲਾ ਹੈ, ਤੇ ਉਹੀ ਜੀਵਾਂ ਦਾ ਨਾਸ਼ ਕਰਨ ਵਾਲਾ ਹੈ। ਇੱਕ ਹੀ ਪਰਮਾਤਮਾ ਹੈ। ਤੇ ਕਹਿੰਦੇ ਭਾਈ ਵੀ ਜਿਸ ਮਨੁੱਖ ਦੇ ਉੱਤੇ ਗੁਰੂ ਨੇ ਰਹਿਮਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਭਾਈ ਪਰਮ ਪੈ ਤਰੇ ਛੋਟੇ ਪੈ ਜੰਮ ਕੇ, ਬਈ ਉਹ ਇਹਨਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਵੀ ਉਹਦੇ ਮਨ ਦੇ ਅੰਦਰੋਂ ਇਹ ਭਰਮ ਦੂਰ ਹੋ ਜਾਂਦੇ ਨੇ। ਤੇ ਦੂਜਾ ਛੋਟੇ ਪੈ ਜੰਮ ਕੇ, ਤੇ ਇਸ ਜੰਮਾਂ ਦਾ ਜਿਹੜਾ ਡਰ ਹੈ ਵੀ ਇਹ ਜਿਹੜਾ ਡਰ ਵੀ ਦੂਰ ਹੋ ਜਾਂਦਾ ਹੈ। ਘਟ ਘਟ ਏਕ ਰਿਹਾ ਭਰਪੂਰੇ। ਤੇ ਫਿਰ ਇਸ ਸੰਸਾਰ ਦੇ ਅੰਦਰ ਹਰੇਕ ਘਟ ਦੇ ਅੰਦਰ, ਹਰੇਕ ਸਰੀਰ ਦੇ ਅੰਦਰ ਇੱਕ ਰਮੇ ਹੋਏ ਪਰਮਾਤਮਾ ਨੂੰ ਵੇਖਦਾ ਹੈ। ਨਾਨਕ ਸ਼ਰਨ ਪਰਿਓ ਦੁਖ ਭੰਜਨ, ਅੰਤਰ ਬਾਹਰ ਪੇਖ ਹਜੂਰੇ। ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਭਾਈ ਵੀ ਉਹਨਾਂ ਦੁੱਖਾਂ ਨੂੰ ਨਾਸ਼ ਕਰਨ ਵਾਲੇ ਉਹ ਪਰਮਾਤਮਾ ਦੀ ਸ਼ਰਨ ਪਿਆ ਰਹਿ, ਅੰਤਰ ਬਾਹਰ ਪੇਖ ਹਜੂਰੇ, ਜਿਹੜਾ ਤੇਰੇ ਅੰਦਰ ਵੀ ਤੇ ਇਸ ਸੰਸਾਰ ਦੇ ਅੰਦਰ ਵੀ ਮੌਜੂਦ ਹੈ। ਤੇ ਉਹ ਫਿਰ ਪਿਆਰ ਵਾਲਿਓ ਵੀ ਉਹ ਗੁਰੂ ਇੱਕ ਇਹੋ ਜਿਹਾ ਪਰਮਾਤਮਾ ਇਹੋ ਜਿਹਾ ਵੀ ਜਿਹਦੇ ਉੱਤੇ ਉਹ ਕਿਰਪਾ ਕਰ ਦਿੰਦਾ, ਮਿਹਰ ਦੀ ਨਜ਼ਰ ਕਰ ਦਿੰਦਾ, ਉਹ ਪਿਆਰ ਵਾਲਿਓ ਆਪਣੇ ਲੋਕ ਨੂੰ ਕਿ ਪਰਲੋਕ ਨੂੰ ਵੀ ਸੁਹਿਲਾ ਬਣਾ ਦਿੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ, ਅਸੀਂ ਵੀ ਗੁਰੂ ਦੇ ਲੜ ਲੱਗੀਏ,
ਸਾਡਾ ਵੀ ਇਸ ਸੰਸਾਰ ਦੇ ਉੱਤੇ ਆਇਆ ਹੋਇਆ ਜਿਹੜਾ ਇਹ ਜਨਮ ਹੈ ਸਫਲਾ ਹੋ ਸਕੇ। ਸਮੇਂ ਦੀ ਸਮਾਪਤੀ, ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।